ਸਤੀਸ਼ ਕੌਲ ਦੀ ਜੀਵਨੀ। ਸਤੀਸ਼ ਕੌਲ 8 ਸਤੰਬਰ 1946 ਨੂੰ ਸ਼੍ਰੀਨਗਰ, ਕਸ਼ਮੀਰ ਵਿੱਚ ਪੈਦਾ ਹੋਇਆ। ਇੱਕ ਮੰਨੇ ਪ੍ਰਮੰਨੇ ਭਾਰਤੀ ਅਭਿਨੇਤਾ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਸਿਨੇਮਾ ਦੋਵਾਂ ਵਿੱਚ ਅਮਿਟ ਛਾਪ ਛੱਡੀ। ਊਸ਼ਾ ਰਾਣੀ ਕੌਲ ਅਤੇ ਮੋਹਨ ਲਾਲ ਆਇਮਾ ਦੇ ਘਰ ਜਨਮੇ। ਉਹ ਕਲਾ ਵਿੱਚ ਡੂੰਘੀਆਂ ਜੜ੍ਹਾਂ ਵਾਲੇ ਪਰਿਵਾਰ ਤੋਂ ਆਏ ਸਨ। ਉਸ ਦੇ ਪਿਤਾ ਇੱਕ ਪ੍ਰਸਿੱਧ ਸੰਗੀਤਕਾਰ ਅਤੇ ਟੈਲੀਵਿਜ਼ਨ ਨਿਰਦੇਸ਼ਕ ਸਨ ਜਿਨ੍ਹਾਂ ਨੇ ਕਸ਼ਮੀਰੀ ਸੰਗੀਤ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ। ਉਸ ਦਾ ਚਾਚਾ ਓਮਕਾਰ ਨਾਥ ਆਇਮਾ ਵੀ ਇੱਕ ਅਭਿਨੇਤਾ ਸੀ, ਜਦੋਂ ਕਿ ਉਸ ਦੀ ਭੈਣ ਸੁਸ਼ਮਾ ਕੌਲ ਬਾਅਦ ਵਿੱਚ ਮੁੰਬਈ ਵਿੱਚ ਇੱਕ ਕਾਸਟਿੰਗ ਡਾਇਰੈਕਟਰ ਬਣ ਗਈ। ਫਿਲਮ ਉਦਯੋਗ ਵਿੱਚ ਸਤੀਸ਼ ਕੌਲ ਦਾ ਸਫ਼ਰ ਪੁਣੇ ਵਿੱਚ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸ਼ੁਰੂ ਹੋਈ। ਉਸ ਦੀ ਸਫਲਤਾ 1973 ਵਿੱਚ ਆਈ ਜਦੋਂ ਉਸਨੂੰ ਪ੍ਰੇਮ ਪਰਬਤ ਵਿੱਚ ਰਿਹਾਨਾ ਸੁਲਤਾਨ ਦੇ ਨਾਲ ਰੋਮਾਂਟਿਕ ਲੀਡ ਵਜੋਂ ਕਾਸਟ ਕੀਤਾ ਗਿਆ, ਜਿੱਥੇ ਉਸਨੇ ਇੱਕ ਜੰਗਲ ਰੇਂਜਰ ਵਜੋਂ ਇੱਕ ਦਲੇਰ ਭੂਮਿਕਾ ਨਿਭਾ। 1970 ਦੇ ਦਹਾਕੇ ਦੌਰਾਨ ਉਸਨੇ ਮੇਰੇ ਸਰਤਾਜ 1975 ਅਤੇ ਹਰਫਾਨ ਮੌਲਾ 1976 ਸਮੇਤ ਕਈ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ। ਇਸ ਮਿਆਦ ਦੇ ਦੌਰਾਨ ਉਹ ਕਥਿਤ ਤੌਰ ਤੇ ਅਭਿਨੇਤਰੀ ਹੈਲਨ ਨਾਲ ਸ਼ਾਮਲ ਸੀ। ਹਾਲਾਂਕਿ ਇਹ ਸਬੰਧ ਮੁੱਖ ਧਾਰਾ ਦੇ ਬਿਰਤਾਂਤ ਵਿੱਚ ਬਹੁਤ ਜ਼ਿਆਦਾ ਚਰਚਾ ਤੋਂ ਬਾਹਰ ਰਹੇ। ਉਸ ਦੀ ਨਿੱਜੀ ਜ਼ਿੰਦਗੀ ਨੇ ਇੱਕ ਮੋੜ ਲੈ ਲਿਆ ਜਦੋਂ ਉਸਨੇ ਨਿੰਮੀ ਸਿੰਘ ਨਾਲ ਵਿਆਹ ਕੀਤਾ, ਪਰ ਇਹ ਵਿਆਹ ਥੋੜੇ ਸਮੇਂ ਲਈ ਸੀ। 1 ਸਾਲ ਦੇ ਅੰਦਰ ਨਿੰਮੀ ਆਪਣੇ ਬੇਟੇ ਰਿਸ਼ਭ ਨਾਲ ਸੰਯੁਕਤ ਰਾਜ ਅਮਰੀਕਾ ਚਲੀ ਗਈ। ਕੌਲ ਨੂੰ ਤੁਰੰਤ ਪਰਿਵਾਰ ਦੀ ਸਹਾਇਤਾ ਤੋਂ ਬਿਨਾਂ ਛੱਡ ਦਿੱਤਾ। ਇਸ ਨਿੱਜੀ ਝਟਕੇ ਦੇ ਬਾਵਜੂਦ ਕੌਲ ਦਾ ਕੈਰੀਅਰ ਵਧਿਆ ਜਦੋਂ ਉਹ 1970 ਦੇ ਦਹਾਕੇ ਦੇ ਅਖੀਰ ਵਿੱਚ ਪੰਜਾਬੀ ਸਿਨੇਮਾ ਵਿੱਚ ਤਬਦੀਲ ਹੋ ਗਿਆ, ਜਿੱਥੇ ਉਸਨੂੰ ਆਪਣਾ ਅਸਲੀ ਕਾਲ ਮਿਲੇ। ਪੰਜਾਬੀ ਦਰਸ਼ਕਾਂ ਨਾਲ ਜੁੜਨ ਦੀ ਉਸਦੀ ਯੋਗਤਾ ਨੇ 300 ਤੋਂ ਵੱਧ ਫਿਲਮਾਂ ਵਿੱਚ ਭੂਮਿਕਾਵਾਂ ਦਿੱਤੀਆਂ, ਜਿਸ ਨਾਲ ਉਸਨੂੰ ਪੰਜਾਬੀ ਸਿਨੇਮਾ ਦਾ ਅਮਿਤਾਭ ਬੱਚਨ ਕਿਹਾ ਜਾਂਦਾ ਹੈ। ਉਹਨਾਂ ਦੀਆਂ ਸਭ ਤੋਂ ਯਾਦਗਾਰੀ ਰਚਨਾਵਾਂ ਵਿੱਚ ਸੱਸੀ ਪੁੰਨੂ, ਇਸ਼ਕ ਨਿਮਾਣਾ, ਪਟੋਲਾ ਅਤੇ ਸੁਹਾਗ ਚੂੜਾ ਵਰਗੀਆਂ ਫਿਲਮਾਂ ਸਨ। ਇੱਕ ਅਭਿਨੇਤਾ ਦੇ ਤੌਰ ਤੇ ਉਸਦੀ ਬਹੁਮੁਖਤਾ ਦਾ ਹੋਰ ਪ੍ਰਦਰਸ਼ਨ ਕੀਤਾ ਗਿਆ ਜਦੋਂ ਉਸਨੇ ਪ੍ਰਸਿੱਧ ਟੈਲੀਵਿਜ਼ਨ ਲੜੀ ਮਹਾਭਾਰਤ 1988 ਵਿੱਚ ਭਗਵਾਨ ਇੰਦਰ ਦੀ ਭੂਮਿਕਾ ਨਿਭਾਈ, ਜਿਸ ਨਾਲ ਉਸਨੂੰ ਰਾਸ਼ਟਰੀ ਮਾਨਤਾ ਮਿਲੀ। ਉਹ ਵਿਕਰਮ ਔਰ ਬੇਤਾਲ ਵਰਗੇ ਹੋਰ ਟੈਲੀਵਿਜ਼ਨ ਸ਼ੋਅ ਵਿੱਚ ਵੀ ਨਜ਼ਰ ਆ। ਪੰਜਾਬੀ ਸਿਨੇਮਾ ਵਿੱਚ ਉਹਨਾਂ ਦੇ ਯੋਗਦਾਨ ਦੇ ਸਨਮਾਨ ਵਿੱਚ ਸਤੀਸ਼ ਕੌਲ ਨੂੰ 2011 ਵਿੱਚ PTC ਪੰਜਾਬੀ ਫਿਲਮ ਅਵਾਰਡ ਵਿੱਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਹਾਲਾਂਕਿ ਇਸ ਸਮੇਂ ਨੇ ਉਸਦੇ ਵਿੱਤੀ ਸੰਘਰਸ਼ਾਂ ਦੀ ਸ਼ੁਰੂਆਤ ਵੀ ਕੀਤੀ ਜਦੋਂ ਲੁਧਿਆਣਾ ਵਿੱਚ ਇੱਕ ਐਕਟਿੰਗ ਸਕੂਲ ਸਥਾਪਿਤ ਕਰਨ ਦੀ ਉਸਦੀ ਕੋਸ਼ਿਸ਼ ਅਸਫਲ ਹੋ ਗਈ, ਜਿਸ ਦੇ ਨਤੀਜੇ ਵਜੋਂ ਮਹੱਤਵਪੂਰਨ ਨੁਕਸਾਨ ਹੁੰਦਾ ਹੈ। ਉਸਦੇ ਜੀਵਨ ਦਾ ਪਿਛਲਾ ਹਿੱਸਾ ਗੰਭੀਰ ਚੁਣੌਤੀਆਂ ਦੁਆਰਾ ਚਿੰਨ੍ਹਿਤ ਕੀਤਾ ਗਿਆ। 2015 ਵਿੱਚ ਉਸਨੂੰ ਇੱਕ ਗੰਭੀਰ ਕਮਰ ਫ੍ਰੈਕਚਰ ਹੋ ਗਿਆ, ਜਿਸ ਕਾਰਨ ਉਹ 2.5 ਸਾਲਾਂ ਤੱਕ ਮੰਜੇ ਤੇ ਪਿਆ ਰਹੇ। ਉਸਦੀ ਵਿੱਤੀ ਸਥਿਤੀ ਇਸ ਬਿੰਦੂ ਤੱਕ ਵਿਗੜ ਗਈ ਜਿੱਥੇ ਉਸਨੂੰ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰਨਾ ਪਿਆ। ਉਹ ਇੱਕ ਬਿਰਧ ਆਸ਼ਰਮ ਵਿੱਚ ਰਹਿੰਦਾ ਸੀ ਅਤੇ ਬਾਅਦ ਵਿੱਚ ਸਤਿਆ ਦੇਵੀ ਨਾਮ ਦੇ ਇੱਕ ਵਿਅਕਤੀ ਦੀ ਦਿਆਲਤਾ ਦੁਆਰਾ ਪਨਾਹ ਮਿਲੀ। ਉਸਦੀ ਪਹਿਲੀ ਸਫਲਤਾ ਦੇ ਬਾਵਜੂਦ ਉਦਯੋਗ ਵਿੱਚ ਇੱਕ ਢਾਂਚਾਗਤ ਸਹਾਇਤਾ ਪ੍ਰਣਾਲੀ ਦੀ ਘਾਟ ਨੇ ਉਸਨੂੰ ਇਹਨਾਂ ਮੁਸ਼ਕਲ ਸਮਿਆਂ ਵਿੱਚ ਕਮਜ਼ੋਰ ਬਣਾ ਦਿੱਤਾ। ਸਤੀਸ਼ ਕੌਲ ਦੇ ਚਚੇਰੇ ਭਰਾ ਮੇਜਰ ਸੁਸ਼ੀਲ ਆਇਮਾ ਦੀ 1999 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਡਿਊਟੀ ਦੌਰਾਨ ਮੌਤ ਹੋ ਗਈ ਸੀ, ਜਿਸ ਨਾਲ ਉਸ ਦੇ ਪਰਿਵਾਰਕ ਇਤਿਹਾਸ ਦੇ ਦਰਦਨਾਕ ਅਧਿਆਏ ਸ਼ਾਮਲ ਹੋ ਗਏ ਸਨ। ਉਸ ਦੀ ਆਪਣੀ ਕਹਾਣੀ ਦਾ ਅੰਤ ਉਦੋਂ ਹੋਇਆ ਜਦੋਂ ਉਸਨੇ ਕੋਵਿਡ ਦਾ ਸੰਕਰਮਣ ਕੀਤਾ ਅਤੇ 10 ਅਪ੍ਰੈਲ 2021 ਨੂੰ 74 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਨੇ ਉਸ ਦੀ ਪਹਿਲੀ ਪ੍ਰਸਿੱਧੀ ਅਤੇ ਉਸ ਦੇ ਆਖਰੀ ਸਾਲਾਂ ਵਿੱਚ ਆਰਥਿਕ ਤੰਗੀਆਂ ਦਾ ਸਾਹਮਣਾ ਕਰਨ ਦੇ ਵਿਚਕਾਰ ਬਿਲਕੁਲ ਅੰਤਰ ਨੂੰ ਉਜਾਗਰ ਕੀਤਾ। ਸਤੀਸ਼ ਕੌਲ ਦੀ ਜੀਵਨ ਕਹਾਣੀ ਕਲਾਤਮਿਕ ਉੱਤਮਤਾ ਦਾ ਪ੍ਰਮਾਣ ਅਤੇ ਮਨੋਰੰਜਨ ਉਦਯੋਗ ਦੇ ਅਣਪਛਾਤੇ ਸੁਭਾਅ ਦੀ ਇੱਕ ਸੰਜੀਦਾ ਯਾਦ ਦਿਵਾਉਂਦੀ ਹੈ। ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਭਾਰਤੀ ਸਿਨੇਮਾ, ਖਾਸ ਕਰਕੇ ਪੰਜਾਬੀ ਫਿਲਮਾਂ ਵਿੱਚ ਉਸਦਾ ਯੋਗਦਾਨ ਉਦਯੋਗ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਹਿੱਸਾ ਬਣਿਆ ਹੋਇਆ ਹੈ।
ਇੱਕ ਮਸ਼ਹੂਰ ਅਭਿਨੇਤਾ ਤੋਂ ਉਸ ਦੇ ਆਖਰੀ ਸਾਲਾਂ ਵਿੱਚ ਬੁਨਿਆਦੀ ਲੋੜਾਂ ਲਈ ਸੰਘਰਸ਼ ਕਰ ਰਹੇ ਵਿਅਕਤੀ ਤੱਕ ਦੀ ਉਸ ਦੀ ਯਾਤਰਾ ਮਨੋਰੰਜਨ ਉਦਯੋਗ ਵਿੱਚ ਬਜ਼ੁਰਗ ਕਲਾਕਾਰਾਂ ਲਈ ਬਿਹਤਰ ਸਹਾਇਤਾ ਪ੍ਰਣਾਲੀਆਂ ਦੀ ਜ਼ਰੂਰਤ ਬਾਰੇ ਇੱਕ ਸ਼ਕਤੀਸ਼ਾਲੀ ਬਿਰਤਾਂਤ ਬਣ ਗਈ ਹੈ। ਸਤੀਸ਼ ਕੌਲ ਦੀ ਵਿਰਾਸਤ ਉਸ ਦੀਆਂ 300 ਤੋਂ ਵੱਧ ਫਿਲਮਾਂ ਦੀ ਫਿਲਮਗ੍ਰਾਫੀ ਤੋਂ ਵੀ ਅੱਗੇ ਫੈਲੀ ਹੋਈ ਹੈ। ਹਿੰਦੀ ਸਿਨੇਮਾ ਵਿੱਚ ਇੱਕ ਨੌਜਵਾਨ ਅਭਿਨੇਤਾ ਤੋਂ ਪੰਜਾਬੀ ਸਿਨੇਮਾ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਵਿੱਚੋਂ ਇੱਕ ਬਣਨ ਤੱਕ ਦੀ ਉਸ ਦੀ ਯਾਤਰਾ ਉਸ ਦੀ ਬੇਮਿਸਾਲ ਪ੍ਰਤਿਭਾ ਅਤੇ ਅਨੁਕੂਲਤਾ ਨੂੰ ਦਰਸਾਉਂਦੀ ਹੈ। ਆਪਣੀ ਬਹੁਮੁਖੀ ਅਦਾਕਾਰੀ ਦੇ ਹੁਨਰ ਲਈ ਜਾਣਿਆ ਜਾਂਦਾ ਹੈ। ਉਹ ਰੋਮਾਂਟਿਕ ਲੀਡਾਂ, ਚਰਿੱਤਰ ਭੂਮਿਕਾਵਾਂ ਅਤੇ ਮਿਥਿਹਾਸਿਕ ਚਿੱਤਰਨ ਦੇ ਵਿਚਕਾਰ ਆਸਾਨੀ ਨਾਲ ਤਬਦੀਲੀ ਕਰ ਸਕਦਾ ਸੀ, ਜਿਵੇਂ ਕਿ ਮਹਾਭਾਰਤ ਵਿੱਚ ਭਗਵਾਨ ਇੰਦਰ ਦੇ ਰੂਪ ਵਿੱਚ ਉਸ ਦੀ ਯਾਦਗਾਰੀ ਕਾਰਗੁਜ਼ਾਰੀ ਤੋਂ ਸਬੂਤ ਮਿਲਦਾ ਹੈ। ਹਾਲਾਂਕਿ ਉਸ ਦੀ ਜੀਵਨ ਕਹਾਣੀ ਮਨੋਰੰਜਨ ਉਦਯੋਗ ਵਿੱਚ ਪ੍ਰਸਿੱਧੀ ਅਤੇ ਕਿਸਮਤ ਦੇ ਅਸਥਿਰ ਸੁਭਾਅ ਬਾਰੇ ਇੱਕ ਮਹੱਤਵਪੂਰਨ ਸਾਵਧਾਨੀ ਵਾਲੀ ਕਹਾਣੀ ਵਜੋਂ ਵੀ ਕੰਮ ਕਰਦੀ ਹੈ। ਆਪਣੀ ਬੇਅੰਤ ਪ੍ਰਸਿੱਧੀ ਅਤੇ ਉਪਨਾਮ ਪੰਜਾਬੀ ਸਿਨੇਮਾ ਦੇ ਅਮਿਤਾਭ ਬੱਚਨ ਦੇ ਬਾਵਜੂਦ ਸਤੀਸ਼ ਕੌਲ ਦੇ ਬਾਅਦ ਦੇ ਸਾਲ ਵਿੱਤੀ ਤੰਗੀ ਅਤੇ ਅਲਗ-ਥਲਗ ਸਾ ਲੁਧਿਆਣਾ ਦੇ ਐਕਟਿੰਗ ਸਕੂਲ ਦੇ ਨਾਲ ਉਸ ਦਾ ਅਸਫਲ ਉੱਦਮ, ਸਿਹਤ ਸਮੱਸਿਆਵਾਂ ਅਤੇ ਪਰਿਵਾਰਕ ਸਹਾਇਤਾ ਦੀ ਘਾਟ ਦੇ ਨਾਲ ਕਿਸਮਤ ਦੇ ਇੱਕ ਨਾਟਕੀ ਉਲਟਫੇਰ ਦਾ ਕਾਰਨ ਬਣਿਆ, ਜਿਸਨੇ ਉਸ ਨੂੰ ਬੁਨਿਆਦੀ ਜ਼ਰੂਰਤਾਂ ਲਈ ਸੰਘਰਸ਼ ਕਰਦੇ ਦੇਖੇ। ਉਸ ਦੇ ਸ਼ਾਨਦਾਰ ਕੈਰੀਅਰ ਅਤੇ ਉਸ ਦੇ ਆਖਰੀ ਸਾਲਾਂ ਵਿੱਚ ਅੰਤਰ ਨੇ ਭਾਰਤੀ ਫਿਲਮ ਉਦਯੋਗ ਵਿੱਚ ਬਜ਼ੁਰਗ ਕਲਾਕਾਰਾਂ ਲਈ ਬਿਹਤਰ ਸਹਾਇਤਾ ਪ੍ਰਣਾਲੀਆਂ ਦੀ ਲੋੜ ਬਾਰੇ ਮਹੱਤਵਪੂਰਨ ਚਰਚਾਵਾਂ ਨੂੰ ਜਨਮ ਦਿੱਤਾ ਹੈ। ਉਸ ਦੀ ਕਹਾਣੀ ਉਜਾਗਰ ਕਰਦੀ ਹੈ ਕਿ ਕਿਵੇਂ ਮਸ਼ਹੂਰ ਅਦਾਕਾਰ ਵੀ ਸਹੀ ਵਿੱਤੀ ਯੋਜਨਾਬੰਦੀ ਅਤੇ ਸੰਸਥਾਗਤ ਸਹਾਇਤਾ ਤੋਂ ਬਿਨਾਂ ਵਿਨਾਸ਼ਕਾਰੀ ਹਾਲਾਤਾਂ ਦਾ ਸਾਹਮਣਾ ਕਰ ਸਕਦੇ ਹਨ। ਲੋੜ ਦੇ ਸਮੇਂ ਦੌਰਾਨ ਉਦਯੋਗਿਕ ਸਹਾਇਤਾ ਦੀ ਅਣਹੋਂਦ ਮਨੋਰੰਜਨ ਪੇਸ਼ੇਵਰਾਂ ਲਈ ਢਾਂਚਾਗਤ ਭਲਾਈ ਪ੍ਰੋਗਰਾਮਾਂ ਦੀ ਜ਼ਰੂਰੀ ਲੋੜ ਨੂੰ ਦਰਸਾਉਂਦੀ ਹੈ। ਫਿਰ ਵੀ ਸਤੀਸ਼ ਕੌਲ ਦਾ ਕਲਾਤਮਕ ਯੋਗਦਾਨ ਭਾਰਤੀ ਸਿਨੇਮਾ ਲਈ ਅਨਮੋਲ ਹੈ, ਖਾਸ ਕਰਕੇ ਪੰਜਾਬੀ ਫਿਲਮਾਂ ਦੇ ਸੁਨਹਿਰੀ ਯੁੱਗ ਨੂੰ ਆਕਾਰ ਦੇਣ ਵਿੱਚ। 2011 ਪੀਟੀਸੀ ਪੰਜਾਬੀ ਫਿਲਮ ਅਵਾਰਡਸ ਵਿੱਚ ਉਸ ਦਾ ਲਾਈਫਟਾਈਮ ਅਚੀਵਮੈਂਟ ਅਵਾਰਡ ਖੇਤਰੀ ਸਿਨੇਮਾ ਉੱਤੇ ਉਸ ਦੇ ਮਹੱਤਵਪੂਰਨ ਪ੍ਰਭਾਵ ਦਾ ਪ੍ਰਮਾਣ ਹੈ। ਉਸ ਦਾ ਪ੍ਰਦਰਸ਼ਨ ਅਦਾਕਾਰਾਂ ਦੀਆਂ ਨਵੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹਿੰਦਾ ਹੈ, ਜਦੋਂ ਕਿ ਉਸ ਦੇ ਨਿੱਜੀ ਸੰਘਰਸ਼ ਸਪਾਟਲਾਈਟ ਤੋਂ ਪਰੇ ਜ਼ਿੰਦਗੀ ਲਈ ਤਿਆਰੀ ਕਰਨ ਦੀ ਮਹੱਤਤਾ ਦੀ ਇੱਕ ਸ਼ਕਤੀਸ਼ਾਲੀ ਯਾਦ ਦਿਵਾਉਂਦੇ ਹਨ। ਸਤੀਸ਼ ਕੌਲ ਦੀ ਕਹਾਣੀ ਕੋਵਿਡ ਮਹਾਮਾਰੀ ਦੌਰਾਨ ਪ੍ਰਸਿੱਧੀ ਤੋਂ ਲੈ ਕੇ ਉਸ ਦੇ ਦੁਖਦਾਈ ਅੰਤ ਤੱਕ ਕਲਾ ਨੂੰ ਸਮਰਪਿਤ ਜੀਵਨ ਦੀਆਂ ਸ਼ਾਨਦਾਰ ਸੰਭਾਵਨਾਵਾਂ ਅਤੇ ਕਠੋਰ ਹਕੀਕਤਾਂ ਦੋਵਾਂ ਨੂੰ ਦਰਸਾਉਂਦੀ ਹੈ। ਉਸ ਦੀ ਵਿਰਾਸਤ ਨਾ ਸਿਰਫ ਉਸ ਦੇ ਕੰਮ ਦੇ ਸਰੀਰ ਦੁਆਰਾ, ਬਲਕਿ ਉਸ ਦੀ ਜੀਵਨ ਕਹਾਣੀ ਨੇ ਕਲਾਕਾਰਾਂ ਦੀ ਭਲਾਈ ਅਤੇ ਇਸ ਦੇ ਬਜ਼ੁਰਗਾਂ ਪ੍ਰਤੀ ਮਨੋਰੰਜਨ ਉਦਯੋਗ ਦੀਆਂ ਜ਼ਿੰਮੇਵਾਰੀਆਂ ਬਾਰੇ ਸ਼ੁਰੂ ਕੀਤੀ ਮਹੱਤਵਪੂਰਨ ਗੱਲਬਾਤ ਦੁਆਰਾ ਵੀ ਜਿਉਂਦਾ ਹੈ। ਜਿਵੇਂ-ਜਿਵੇਂ ਸਮਾਂ ਬੀਤਦਾ ਹੈ, ਸਤੀਸ਼ ਕੌਲ ਨੂੰ ਨਾ ਸਿਰਫ ਇੱਕ ਪ੍ਰਤਿਭਾਸ਼ਾਲੀ ਅਭਿਨੇਤਾ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ, ਸਗੋਂ ਇੱਕ ਅਜਿਹੀ ਸ਼ਖਸੀਅਤ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ, ਜਿਸ ਦੀ ਜੀਵਨ ਕਹਾਣੀ ਨੇ ਉਦਯੋਗ ਆਪਣੇ ਬਜ਼ੁਰਗ ਕਲਾਕਾਰਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ, ਇਸ ਵਿੱਚ ਬਦਲਾਅ ਦੀ ਲੋੜ ਬਾਰੇ ਮਹੱਤਵਪੂਰਨ ਚਰਚਾਵਾਂ ਨੂੰ ਪ੍ਰੇਰਿਤ ਕੀਤਾ।